ਸਾਥੀਓ, ਇਸ ਚੈਨਲ ਦੇ ਉੱਤੇ ਮੈਂ ਤੁਹਾਡੇ ਨਾਲ ਆਪਣੀ ਮਨਪਸੰਦ ਪੁਸਤਕ ਦੀ ਸਾਂਝ ਪਵਾਉਣ ਲੱਗੀ ਹਾਂ। ਤੁਸੀਂ ਸਵਰਨਜੀਤ ਸਵੀ ਦਾ ਨਾਂ ਸੁਣਿਆ ਹੋਇਆ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਮੁੱਖ ਰੂਪ ਵਿੱਚ ਉਹ ਇੱਕ ਪੇਂਟਰ ਨੇ, ਉਹ ਇੱਕ ਕਲਾਕਾਰ ਨੇ, ਪਰ ਤੁਸੀਂ ਸਾਰੇ ਇਹ ਵੀ ਜਾਣਦੇ ਹੋ ਕਿ ਉਹ ਇੱਕ ਕਵੀ ਨੇ। ਉਹਨਾਂ ਦੀ ਕਵਿਤਾ ਤੋਂ ਤੁਸੀਂ ਸਾਰੇ ਪਰਿਚਿਤ ਹੋ। ਪਿੱਛੇ ਜਿਹੇ ਉਹਨਾਂ ਦੀਆਂ 3 ਪੁਸਤਕਾਂ ਆਈਆਂ ਤੇ ਉਹਨਾਂ ਦੇ ਵਿੱਚੋਂ ਇੱਕ ਪੁਸਤਕ ਹੈ ਖੁਸ਼ੀਆਂ ਦਾ ਪਾਸਵਰਡ। ਮੈਂ ਇਸ ਪੁਸਤਕ ਨੂੰ ਕਿਵੇਂ ਪੜ੍ਹਿਆ, ਇਸ ਨੂੰ ਕਿਵੇਂ ਮਾਣਿਆ, ਮੈਂ ਉਹ ਗੱਲਾਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ। ਮੈਨੂੰ ਜਾਪਦਾ ਹੈ ਕਿ ਕਵਿਤਾ ਇੱਕ ਮਾਨਣ ਦੀ ਚੀਜ਼ ਹੈ। ਅਸੀਂ ਕਵਿਤਾ ਦੇ ਵਿੱਚ ਵੱਡੇ ਹੁੰਦੇ ਹਾਂ, ਲੋਰੀਆਂ ਦੇ ਰੂਪ ਵਿੱਚ ਅਸੀਂ ਕਵਿਤਾ ਨੂੰ ਮਾਣਦੇ ਹਾਂ। ਕਵਿਤਾ ਬਿਨਾਂ ਮਨੁੱਖ ਜਿਉਂ ਹੀ ਨਹੀਂ ਸਕਦਾ। ਕਵਿਤਾ ਮਨੁੱਖ ਦੇ ਨਾਲ ਹੀ ਪੈਦਾ ਹੋ ਗਈ। ਸੋ ਇਸ ਕਾਵਿ ਪੁਸਤਕ ਨੂੰ ਮੈਂ ਕਿਵੇਂ ਮਹਿਸੂਸਿਆ, ਮੈਂ ਕਿਵੇਂ ਪੜ੍ਹਿਆ, ਮੈਂ ਉਸ ਦੀਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੀ ਹਾਂ। ਪਹਿਲਾਂ ਮੈਂ ਤੁਹਾਨੂੰ ਦਿਖਾਉਣ ਲੱਗੀ ਹਾਂ ਇਹ ਪੁਸਤਕ ਖੁਸ਼ੀਆਂ ਦਾ ਪਾਸਵਰਡ। ਇਹ ਜਿਹੜੀ ਪੁਸਤਕ ਹੈ ਸਵਰਨਜੀਤ ਸਵੀ ਹੋਰਾਂ ਨੇ ਆਪਣੀ ਦੋਹਤੀ ਵੱਲੋਂ ਕੀਤੀ ਗਈ ਪੇਂਟਿੰਗ, ਜਾਂ ਆਪਾਂ ਇਹ ਕਹਿ ਲਈਏ ਕਿ ਛੋਟੇ ਬੱਚੇ ਵੱਲੋਂ ਕੀਤੇ ਹੋਏ ਕੀਚ ਮਚੋਲੇ, ਜਿਹੜੇ ਕਿ ਇੱਕ ਪੇਂਟਿੰਗ ਦਾ ਰੂਪ ਧਾਰ ਲੈਂਦੇ ਨੇ, ਤੇ ਉਹਨਾਂ ਬਾਰੇ ਉਹਨਾਂ ਨੇ ਕਵਿਤਾ ਲਿਖੀ। ਹੁਣ ਮਸਲਾ ਪੈਦਾ ਇਹ ਹੁੰਦਾ ਹੈ, ਮੈਂ ਜਦੋਂ ਇਹ ਕਿਤਾਬ ਪੜ੍ਹਦੀ ਹਾਂ, ਇਸ ਕਿਤਾਬ ਦੇ ਇੱਕ ਪੰਨੇ ਦੇ ਉੱਤੇ ਉਹਨਾਂ ਦੀ ਦੋਹਤੀ ਕਿਊਟੀ ਵੱਲੋਂ ਕੀਤੀਆਂ ਗਈਆਂ ਪੇਂਟਿੰਗਸ ਨੇ, ਤੇ ਪਰ ਨਾਲ ਹੀ ਦੂਜੇ ਪੰਨੇ ਦੇ ਉੱਤੇ ਉਸੇ ਪੇਂਟਿੰਗ ਨਾਲ ਸੰਬੰਧਿਤ ਸਵਰਨਜੀਤ ਸਵੀ ਹੋਰਾਂ ਦੀ ਕਵਿਤਾ ਸ਼ੁਰੂ ਹੋ ਜਾਂਦੀ ਹੈ। ਮੈਂ ਜਦੋਂ ਸੋਚਣ ਲੱਗੀ, ਪਹਿਲੀ ਪੱਧਰ 'ਤੇ ਤਾਂ ਮੈਨੂੰ ਕਿਊਟੀ ਇੱਕ ਉਹ ਬੜੀ ਹੀ ਕਹਿ ਲਾਂ ਕਿ ਭਾਗਾਂ ਵਾਲੀ ਕੁੜੀ ਲੱਗੀ। ਮੈਂ ਜਦੋਂ ਇਹ ਕਵਿਤਾ ਪੜ੍ਹਨ ਲੱਗੀ, ਮੇਰੇ ਲਈ ਇਹ ਗੱਲ ਇੰਨੀ ਸਧਾਰਨ ਨਹੀਂ ਸੀ। ਮੈਂ ਸੋਚਿਆ ਮੈਂ ਆਪਣੇ ਬਚਪਨ ਦੇ ਵਿੱਚ ਉਤਰ ਗਈ। ਵੈਸੇ ਆਖਿਆ ਜਾਂਦਾ ਹੈ ਲੋਕ ਧਾਰਾ ਇਹੋ ਜਿਹੇ ਹਵਾਲਿਆਂ ਦੇ ਨਾਲ ਭਰੀ ਪਈ ਹੈ। ਕਹਿੰਦੇ ਨੇ ਕਿ ਬੱਚਾ ਬੁੱਢਾ ਇੱਕ ਸਮਾਨ। ਅਸੀਂ ਐਵੇਂ ਨਹੀਂ ਕਹਿ ਸਕਦੇ ਕਿ ਵੱਡੀ ਉਮਰ ਦੇ ਵਿੱਚ ਜਾ ਕੇ ਜਿਹੜੇ ਬੁੱਢੇ ਹੁੰਦੇ ਆ ਉਹ ਬੱਚਿਆਂ ਵਰਗੇ ਹੋ ਜਾਂਦੇ ਨੇ। ਤੇ ਮੈਨੂੰ ਇਹ ਗੱਲ ਇਸ ਪੁਸਤਕ ਦੇ ਰਾਹੀਂ ਸਮਝ ਦੇ ਵਿੱਚ ਆਈ। ਕਈ ਲੋਕ ਇਹ ਕਹਿੰਦੇ ਆ ਕਿ ਚਲੋ ਆਪਦੇ ਦੋਤੇ ਪੋਤਿਆਂ ਲਈ ਹਰੇਕ ਬੰਦਾ ਹੀ ਇਸ ਤਰ੍ਹਾਂ ਕਵਿਤਾ ਲਿਖ ਸਕਦਾ ਹੈ, ਪਰ ਮੈਨੂੰ ਲੱਗਦਾ ਹੈ ਇਹ ਕਹਿਣਾ ਬਹੁਤ ਸੌਖਾ ਹੈ, ਕਰਨਾ ਬਹੁਤ ਔਖਾ ਹੈ। ਅਸਲ ਦੇ ਵਿੱਚ ਸਵਰਨਜੀਤ ਸਵੀ ਕਿਉਂਕਿ ਇੱਕ ਕਲਾਕਾਰ ਹੈ ਤੇ ਇੱਕ ਕਵੀ ਵੀ ਹੈ। ਉਹ ਆਪਣੀ ਦੋਹਤੀ ਦੇ ਰਾਹੀਂ ਉਹ ਸਾਰੇ ਬੱਚਿਆਂ ਦਾ ਦੁਨੀਆ 'ਤੇ ਆਉਣਾ ਤੇ ਉਹਨਾਂ ਦਾ ਆਪਣੇ ਦਾਦਾ ਦਾਦੀ ਜਾਂ ਨਾਨਾ ਨਾਨੀ ਦੀ ਸਾਂਝ ਨੂੰ ਹੀ ਪ੍ਰਗਟ ਨਹੀਂ ਕਰਦਾ, ਬਲਕਿ ਇੱਕ ਔਰਤ ਹੋਣ ਦੇ ਨਾਤੇ ਜਦੋਂ ਮੈਂ ਇਸ ਪੁਸਤਕ ਨੂੰ ਪੜ੍ਹਿਆ ਕਿ ਇਸ ਦੀ ਜਿਹੜੀ ਕਾਵਿ ਨਾਇਕਾ ਹੈ ਉਹ ਇੱਕ ਸਧਾਰਨ ਬੱਚਾ ਨਹੀਂ, ਬਲਕਿ ਉਹ ਇੱਕ ਲੜਕੀ ਹੈ, ਉਹ ਇੱਕ ਮਾਦਾ ਬੱਚੀ ਹੈ। ਸੋ ਮੈਂ ਇਸ ਪੁਸਤਕ ਨੂੰ ਇਸ ਨਜ਼ਰੀਏ ਦੇ ਨਾਲ ਪੜ੍ਹਿਆ। ਮੈਂ ਸੋਚਣ ਲੱਗੀ ਕਿ ਜਦੋਂ ਮੈਂ ਪੈਦਾ ਹੋਈ ਸੀ ਤੇ ਅੱਜ ਜਦੋਂ ਕਿਊਟੀ ਪੈਦਾ ਹੋਈ ਹੈ, ਕਿਊਟੀ ਦਾ ਨਾਨਾ ਉਸ ਦੇ ਬਚਪਨ ਨੂੰ ਜਿਸ ਤਰ੍ਹਾਂ ਮਾਣਦਾ ਹੈ, ਜਿਸ ਤਰ੍ਹਾਂ ਸਮਝਦਾ ਹੈ, ਜਿਸ ਤਰ੍ਹਾਂ ਘਰ ਦੇ ਵਿੱਚ ਜਸ਼ਨ ਵਰਗਾ ਮਾਹੌਲ ਹੁੰਦਾ ਹੈ, ਕਿ ਹਰ ਬੱਚੇ ਨਾਲ ਹੀ ਇਸ ਤਰ੍ਹਾਂ ਹੁੰਦਾ ਹੈ। ਤੇ ਮੈਨੂੰ ਆਪਣਾ ਬਚਪਨ ਯਾਦ ਆ ਗਿਆ ਕਿ ਇੱਕ ਕਿਊਟੀ ਹੈ ਜਿਸ ਦੇ ਜਨਮ ਤੋਂ ਬਾਅਦ ਨਾਨਾ ਖੁਸ਼ੀਆਂ ਮਨਾ ਰਿਹਾ ਹੈ। ਪਰ ਜਦੋਂ ਮੈਂ ਪੈਦਾ ਹੋਈ ਸੀ ਮੈਨੂੰ ਤਾਂ ਪਤਾ ਲੱਗਿਆ ਕਿ ਮੇਰਾ ਦਾਦਾ ਹੈ ਜਿਹੜਾ ਉਹ ਫੁੱਟ ਫੁੱਟ ਕੇ ਰੋਇਆ ਸੀ। ਮਸਲਾ ਪੈਦਾ ਇਹ ਹੁੰਦਾ ਹੈ ਕਿ ਇਹ ਪੁਸਤਕ ਨੂੰ ਪੜ੍ਹਦਿਆਂ ਮੈਨੂੰ ਲੱਗਿਆ ਕਿ ਇੱਕ ਮਨੁੱਖ ਦਾ ਇੱਕ ਬੱਚੇ ਦੇ ਰੂਪ ਵਿੱਚ ਇਸ ਧਰਤੀ 'ਤੇ ਆਉਣਾ ਤੇ ਸਾਰੀ ਕਾਇਨਾਤ ਨੂੰ, ਉਸ ਪਰਿਵਾਰ ਨੂੰ ਆਲੇ ਦੁਆਲੇ ਦੇ ਨਾਲ ਇਸ ਕਦਰ ਜੋੜਨਾ
ਤੇ ਮਾਹੌਲ ਦਾ ਜਸ਼ਨਾਵੀ ਹੋ ਜਾਣਾ। ਤੇ ਜੇ ਅਸੀਂ ਸੋਚੀਏ ਕਿ ਹਰ ਬੱਚੇ ਦੇ ਆਉਣ ਨਾਲ ਇਸ ਤਰ੍ਹਾਂ ਜਸ਼ਨਾਵੀ ਹੁੰਦਾ ਮਾਹੌਲ, ਮੇਰਾ ਖਿਆਲ ਹੈ ਕਿ ਨਹੀਂ। ਜਦੋਂ ਮਰਦ ਬੱਚਾ ਪੈਦਾ ਹੁੰਦਾ, ਘਰ ਦੇ ਵਿੱਚ ਲੜਕਾ ਪੈਦਾ ਹੁੰਦਾ, ਤਾਂ ਇਸ ਤਰ੍ਹਾਂ ਜਸ਼ਨ ਮਨਾਏ ਜਾਂਦੇ ਨੇ, ਇੰਜੋਏ ਕੀਤਾ ਜਾਂਦਾ ਤੇ ਅਸੀਂ ਫੁੱਲੇ ਨਹੀਂ ਸਮਾਉਂਦੇ। ਪਰ ਜਦੋਂ ਲੜਕੀ ਘਰ ਦੇ ਵਿੱਚ ਆਉਂਦੀ ਹੈ ਤਾਂ ਘਰਾਂ ਦੇ ਵਿੱਚ ਸੱਥਰ ਵਿਛਦੇ ਨੇ, ਤੇ ਜਿਵੇਂ ਜਿਵੇਂ ਉਹ ਵੱਡੀ ਹੁੰਦੀ ਹੈ ਉਸ ਦਾ ਜਿਹੜਾ ਪਾਲਣ ਪੋਸ਼ਣ ਇਸ ਤਰ੍ਹਾਂ ਨਹੀਂ ਹੁੰਦਾ। ਸਾਡਾ ਬਚਪਨ ਘੱਟੋ ਘੱਟ ਇਹੋ ਜਿਹਾ ਨਹੀਂ ਸੀ। ਜਦੋਂ ਅਸੀਂ ਆਲੇ ਦੁਆਲੇ ਘੁੰਮਦੇ ਹਾਂ ਤੇ ਸਾਨੂੰ ਤਾਂ ਇਹੀ ਕਿਹਾ ਜਾਂਦਾ ਸੀ ਵੀ ਟਿਕ ਕੇ ਬੈਠੋ, ਕੱਲ੍ਹ ਨੂੰ ਵੱਡੀਆਂ ਹੋ ਕੇ ਅਕਲ ਸਿੱਖਣੀ ਹੈ, ਬਗਾਨੇ ਘਰ ਜਾਣਾ। ਪਰ ਇੱਕ ਕਿਊਟੀ ਹੈ, ਕਿਊਟੀ ਦਾ ਨਾਨਾ ਇਹ ਸਾਰੇ ਕੁਛ ਨੂੰ ਕਿਵੇਂ ਇੱਕ ਜਸ਼ਨ ਵਜੋਂ ਦੇਖਦਾ ਹੈ। ਸੋ ਮੇਰੇ ਲਈ ਇਹ ਪੁਸਤਕ ਆਪਣੇ ਆਪ ਦੇ ਵਿੱਚ ਹੀ ਇੱਕ ਜਸ਼ਨ ਬਣ ਜਾਂਦੀ ਹੈ ਤੇ ਕਿ ਇੱਕ ਲੜਕੀ ਦਾ ਇਸ ਦੁਨੀਆ ਦੇ ਵਿੱਚ ਆਉਣਾ ਤੇ ਉਸ ਦੇ ਬਚਪਨ ਦੀ ਜਿਹੜੀ ਸੈਲੀਬ੍ਰੇਸ਼ਨ ਹੈ ਇਸ ਪੁਸਤਕ ਦੇ ਵਿੱਚ, ਉਹ ਬਹੁਤ ਹੀ ਮਹੱਤਵਪੂਰਨ ਬਣ ਜਾਂਦੀ ਹੈ। ਜਿਵੇਂ ਆਪਾਂ ਕਹਿੰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ, ਅਸੀਂ ਹੁਣ ਤੱਕ ਇਹ ਪੜ੍ਹਦੇ ਹੁੰਦੇ ਸੀ ਕਿ ਸਾਡੀ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਬਾਅਦ ਦੇ ਵਿੱਚ ਆਉਂਦੀਆਂ ਸੀ, ਪਰ ਸਾਹਿਤ ਦੇ ਵਿੱਚ ਉਹ ਪਹਿਲਾਂ ਆ ਜਾਂਦੀਆਂ ਸੀ। ਪਰ ਮੈਨੂੰ ਲੱਗਦਾ ਹੈ ਕਿ ਜੋ ਚੀਜ਼ਾਂ ਸਾਡੇ ਸਮਾਜ ਦੇ ਵਿੱਚ ਹੁਣ ਵਾਪਰਨ ਲੱਗੀਆਂ ਨੇ ਉਹ ਸਾਹਿਤ ਦੇ ਵਿੱਚ ਨਾਲੋਂ ਨਾਲ ਚੱਲ ਰਹੀਆਂ ਨੇ। ਸੋ ਸਵਰਨਜੀਤ ਸਵੀ ਹੋਰਾਂ ਨੂੰ ਮੈਂ ਵਧਾਈ ਦਿੰਦੀ ਹਾਂ ਕਿ ਉਹਨਾਂ ਨੇ ਇਸ ਪੁਸਤਕ ਨੂੰ ਇਸ ਨਜ਼ਰੀਏ ਤੋਂ ਲਿਖਿਆ ਹੈ ਕਿ ਇੱਕ ਬੱਚਾ ਜਦੋਂ ਇਸ ਦੁਨੀਆ 'ਤੇ ਆਉਂਦਾ, ਉਹ ਚਾਹੇ ਲੜਕਾ ਹੋਵੇ ਚਾਹੇ ਲੜਕੀ ਹੋਵੇ, ਕਿਵੇਂ ਉਹ ਜਸ਼ਨਾਵੀ ਹੋਣਾ ਚਾਹੀਦਾ ਹੈ। ਮੇਰੇ ਮਨ ਦੇ ਉੱਤੇ ਇਸ ਚੀਜ਼ ਦਾ ਬਹੁਤ ਹੀ ਵਧੀਆ ਪ੍ਰਭਾਵ ਪਿਆ। ਹੁਣ ਸੋਚੋ ਤੁਸੀਂ ਕਿ ਜਦੋਂ ਬੱਚਾ ਘਰ ਦੇ ਵਿੱਚ ਆਉਂਦਾ ਹੈ, ਸਾਡੇ ਘਰ ਦੇ ਮਾਹੌਲ ਦੇ ਵਿੱਚ ਜਿਹੜੇ ਅਸੀਂ ਵੱਡੇ ਹੁੰਦੇ ਹਾਂ ਉਹਨਾਂ ਦਾ ਕਿਸ ਤਰ੍ਹਾਂ ਅਸਰ ਪੈਂਦਾ ਹੈ ਪੂਰੇ ਪਰਿਵਾਰ ਦੇ ਉੱਤੇ। ਅਸੀਂ ਦੱਬੇ ਪਾਉਂ ਚੱਲਣਾ ਸਿੱਖ ਜਾਂਦੇ ਹਾਂ ਕਿ ਨਾ ਉੱਚ ਨਹੀਂ ਬੋਲਣਾ, ਬੱਚਾ ਸੁੱਤਾ ਪਿਆ, ਤੇ ਅਸੀਂ ਹੌਲੀ ਹੌਲੀ ਠੁਮਕ ਠੁਮਕ ਚੱਲਣਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਝੰਗਾੜਨਾ ਬੰਦ ਕਰ ਦਿੰਦੇ ਹਾਂ, ਨਾ ਬੱਚਾ ਜਾਗ ਪਵੇਗਾ। ਤੇ ਇਸੇ ਤਰ੍ਹਾਂ ਹੀ ਅਸੀਂ ਸਿਆਣੇ ਬਿਆਣੇ ਲੋਕ ਜਿਹੜੇ ਚੰਗੇ ਭਲੇ ਗੱਲਾਂ ਮਾਰਦੇ ਆ, ਸਾਨੂੰ ਆਪਣਾ ਸਟੇਟਸ ਭੁੱਲ ਜਾਂਦਾ ਏ। ਜਦੋਂ ਬੱਚਾ ਆਉਂਦਾ ਏ ਅਸੀਂ ਆਮ ਜ਼ੁਬਾਨ ਦੀ ਬਜਾਏ ਉਸ ਦੇ ਨਾਲ ਉਹਦੀਆਂ ਆਲੀਆਂ ਭੋਲੀਆਂ ਗੱਲਾਂ ਸੁਣ ਲਈ ਤੁਤਲਾ ਕੇ ਬੋਲਣਾ ਸ਼ੁਰੂ ਕਰ ਦਿੰਦੇ ਹਾਂ। ਸੋ ਮੈਨੂੰ ਐਂ ਲੱਗਦਾ ਕਿ ਜਦੋਂ ਜਿਹੜੇ ਮਾਂ ਪਿਓ ਬੱਚਾ ਪੈਦਾ ਕਰਦੇ ਆ ਨਾ, ਉਹ ਤਾਂ ਕੰਮਾਂ ਕਾਰਾਂ 'ਚ ਇੰਨੇ ਬਿਜ਼ੀ ਹੁੰਦੇ ਆ, ਇਹ ਚੀਜ਼ਾਂ ਮੰਨਣ ਦਾ ਜਿਹੜਾ ਸਮਾਂ ਹੁੰਦਾ ਉਹ ਸੱਚਮੁੱਚ ਜਾਂ ਤਾਂ ਨਾਨਾ ਨਾਨੀ ਕੋਲੇ ਹੁੰਦਾ ਤੇ ਜਾਂ ਫਿਰ ਦਾਦਾ ਦਾਦੀ ਕੋਲੇ ਹੁੰਦਾ ਏ। ਇਸੇ ਕਰਕੇ ਹੀ ਸ਼ਾਇਦ ਅਸੀਂ ਕਹਿ ਦਿੰਦੇ ਹੁੰਦੇ ਆ ਕਿ ਜਿਹੜੇ ਵੱਡੇ ਆ ਉਹ ਬੱਚਿਆਂ ਵਰਗੇ ਹੋ ਜਾਂਦੇ ਨੇ। ਮੈਂ ਤੁਹਾਨੂੰ ਉਹਨਾਂ ਦੀ ਇੱਕ ਕਵਿਤਾ ਪੜ੍ਹ ਕੇ ਸੁਣਾਉਣੀ ਆ, ਬਾਲ ਕਵਿਤਾ। ਬਚਪਨ 'ਚ ਲਿਖ ਸਕਦੇ ਸੀ, ਹੁਣ ਨਹੀਂ ਲਿਖੀ ਜਾ ਸਕਦੀ ਬਾਲ ਕਵਿਤਾ। ਬਸ ਲੁਗ ਲੁਗੇ ਨਵਜਾਤ ਨੂੰ ਛੋਹਦਿਆਂ ਆਪ ਮੁਹਾਰੇ ਬੋਲਦੇ ਹਾਂ ਤੁਤਲਾ ਕੇ। ਅਲੇ ਅਲੇ ਮੇਲਾ ਪਾਲਾ ਪਾਲਾ ਭੋਲੂ, ਮੇਰੀ ਕਿਊਟੀ ਪਾਲੀ ਛੋਨਾ ਮੋਨਾ ਟਿੱਡੂ, ਸਾਡਾ ਛੋਨਾ ਮੋਨਾ ਟੈਡੀ। ਕਹਿੰਦਿਆਂ ਸਿਰਫ ਮਹਿਸੂਸ ਕਰ ਸਕਦੇ ਹਾਂ, ਬਾਲ ਕਵਿਤਾ ਲਿਖ ਨਹੀਂ ਸਕਦੇ ਹੁਣ। ਸੱਚਮੁੱਚ ਬਾਲਾਂ ਬਾਰੇ ਲਿਖੀ ਹੋਈ ਜਿਹੜੀ ਇਹ ਕਵਿਤਾ ਹੈ ਇਹ ਸਿਰਫ ਮਾਣੀ ਜਾ ਸਕਦੀ ਹੈ ਕਿ ਵੱਡਾ ਬੰਦਾ ਕਿਵੇਂ ਬਚਪਨ ਦੇ ਵਿੱਚ ਉਤਰ ਜਾਂਦਾ ਹੈ, ਕਿ ਜੇ ਉਹ ਬਚਪਨ 'ਚ ਨਾ ਉਤਰੇ ਫਿਰ ਤੇ ਅਸੀਂ ਜਸ਼ਨ ਹੀ ਨਹੀਂ ਮਨਾ ਸਕਦੇ। ਦੂਸਰੇ ਕਮਰੇ ਦੇ ਵਿੱਚੋਂ ਕਿਊਟੀ ਬੋਲੀ ਕੂ, ਮੈਂ ਵੀ ਬੋਲਿਆ ਕੂ। ਕਿਊਟੀ ਫਿਰ ਬੋਲੀ ਕੂ ਕੂ ਕੂ, ਮੈਂ ਵੀ ਬੋਲਿਆ ਕੂ ਕੂ ਕੂ, ਤੇ ਖਾਮੋਸ਼ ਘਰ ਮੇਲੇ ਵਿੱਚ ਬਦਲ ਗਿਆ। ਸੱਚਮੁੱਚ ਹੀ ਇੱਕ ਬਾਲ ਦਾ ਘਰ ਦੇ ਵਿੱਚ ਖੇਡਣਾ, ਘਰ ਦੇ ਵਿੱਚ ਮੇਲੇ ਵਰਗਾ ਮਾਹੌਲ ਬਣਨਾ ਆਪਣੇ ਆਪ ਦੇ ਵਿੱਚ ਇਹ ਬੜਾ ਮਹੱਤਵਪੂਰਨ ਗੱਲ ਹੈ। ਇੱਕ ਗੱਲ ਹੋਰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਇਸ ਪੁਸਤਕ ਬਾਰੇ। ਕਈ ਵਾਰ ਸਾਨੂੰ ਲੱਗਦਾ ਹੈ ਕਿ ਇਹੋ ਜਿਹੀਆਂ ਗੱਲਾਂ ਤੇ ਅਸੀਂ ਆਮ ਹੀ ਮੰਨ ਲੈਂਦੇ ਹਾਂ, ਆਮ ਹੀ ਲਿਖ ਲੈਂਦੇ ਹਾਂ, ਪਰ ਨਹੀਂ, ਬੱਚੇ ਤਾਂ ਸਾਡੇ ਘਰਾਂ ਵਿੱਚ ਵੀ ਹੁੰਦੇ ਆ, ਪਰ ਅਸੀਂ ਇਹ ਸਾਰਾ ਕੁਝ ਕਰਦੇ ਵੀ ਇਸ ਤਰ੍ਹਾਂ ਮਹਿਸੂਸਦੇ ਨਹੀਂ, ਇਸ ਤਰ੍ਹਾਂ ਮਾਣਦੇ ਨਹੀਂ। ਕੌਣ ਮੰਨਦਾ ਹੈ? ਇੱਕ ਕਵੀ ਹੀ ਮੰਨ ਸਕਦਾ ਹੈ, ਇੱਕ ਪੇਂਟਰ ਜਾਂ ਚਿੱਤਰਕਾਰ ਹੀ ਇਹ ਗੱਲਾਂ ਮੰਨ ਸਕਦਾ ਹੈ।
ਤੇ ਮੈਂ ਜਦੋਂ ਇਹ ਕਵਿਤਾ ਪੜ੍ਹੀ ਮੈਂ ਸੋਚਾਂ ਕਿ ਜਦੋਂ ਬੱਚਾ ਕੰਧਾਂ ਦੇ ਉੱਤੇ ਕੀਚ ਮਚੋਲੀਆਂ ਪਾਉਂਦਾ ਹੈ, ਇਸ ਕਿਤਾਬ ਦੇ ਵਿੱਚ ਤੁਸੀਂ ਦੇਖੋਗੇ ਕਿ ਉਹਨੇ ਇੱਕ ਐਸੀ ਪੇਂਟਿੰਗ ਵੀ ਇਸ ਪੁਸਤਕ ਦੇ ਵਿੱਚ ਲਾਈ ਹੋਈ ਹੈ, ਲਿਖਿਆ ਕੰਧ ਦੇ ਕੋਲੇ ਤੋਂ ਬੱਚਾ ਦੀਵਾਰਾਂ ਕਾਲੀਆਂ ਕਰਦਾ ਹੈ। ਤੇ ਤੁਸੀਂ ਵੀ ਵੈਸੇ ਮੈਂ ਇੱਕ ਤੁਹਾਨੂੰ ਇਸ ਬਾਰੇ ਕਹਿੰਦੀ ਹਾਂ ਕਿ ਕਈ ਵਾਰ ਆਪਾਂ ਨੂੰ ਐਂ ਲੱਗਦਾ ਕਿ ਬੱਚਿਆਂ ਨੂੰ ਖੁੱਲ੍ਹੀ ਛੁੱਟੀ ਦੇ ਦਿਓ, ਕੀਚ ਮਚੋਲੇ ਮਾਰੀ ਜਾਣ, ਇਵੇਂ ਨਹੀਂ ਹੁੰਦਾ। ਅਸਲ ਦੇ ਵਿੱਚ ਸਵੀ ਦਾ ਜਿਹੜਾ ਦੇਖਣ ਦਾ ਨਜ਼ਰੀਆ ਹੈ ਉਹ ਆਪਣੀ ਦੋਹਤੀ ਦੇ ਰਾਹੀਂ ਆਪਣੀ ਲਗਾਤਾਰਤਾ ਨੂੰ ਦੇਖ ਰਿਹਾ ਹੈ। ਮਨੁੱਖ ਆਪਣੀ ਲਗਾਤਾਰਤਾ ਨੂੰ ਪਿਆਰ ਕਰਦਾ ਹੈ, ਆਪਣੇ ਆਪ ਨੂੰ ਉਸ ਦੇ ਵਿੱਚੋਂ ਦੇਖਦਾ ਹੈ। ਕਿਉਂਕਿ ਸਵਰਨਜੀਤ ਸਵੀ ਹੈ, ਉਹ ਪੇਂਟਰ ਹੈ, ਉਸ ਨੂੰ ਲੱਗਦਾ ਹੈ ਕਿ ਮੇਰੀ ਕਿਊਟੀ ਹੈ, ਇਹ ਕਿਊਟੀ ਨਹੀਂ ਬਲਕਿ ਮੇਰੀ ਕੰਟੀਨਿਊਟੀ ਹੈ, ਕਿ ਇਸ ਦੇ ਵਿੱਚ ਮੇਰੇ ਵਾਲੇ ਗੁਣ ਹੈਗੇ ਨੇ, ਕਿ ਇਹ ਉਸੇ ਤਰ੍ਹਾਂ ਰੰਗਾਂ ਨਾਲ ਖੇਡੇਗੀ, ਕਿ ਕੀ ਇਹ ਵੀ ਰੰਗਾਂ ਨਾਲ ਉਹ ਕੁਛ ਸਿਰਜੇਗੀ ਜੋ ਉਸ ਦਾ ਨਾਨਾ ਕਰਦਾ। ਸੱਚਮੁੱਚ ਉਹ ਨੰਨੇ ਹੱਥਾਂ ਨੇ ਜੋ ਕੁਛ ਕਿਤਾਬ ਦੇ ਵਿੱਚ, ਭਾਵੇਂ ਉਹਨੂੰ ਤੁਸੀਂ ਕੀਚ ਮਚੋਲੇ ਆਖੋ, ਪਰ ਉਹਨਾਂ ਦੇ ਵਿੱਚੋਂ ਹੀ ਬਹੁਤ ਕੁਛ ਨਵਾਂ ਸਿਰਜਿਆ ਹੋਇਆ ਹੈ। ਸੋ ਇਹ ਗੱਲਾਂ ਇਸ ਕਿਤਾਬ ਦੀਆਂ ਮੰਨਣ ਵਾਲੀਆਂ ਨੇ। ਤੇ ਜਦੋਂ ਅਸੀਂ ਬੱਚੇ ਦਾ ਬਚਪਨ ਇੰਜੋਏ ਕਰਦੇ ਹਾਂ, ਸਾਰੇ ਤੁਸੀਂ ਕਿੰਨੇ ਅੱਕੇ ਥੱਕੇ ਹੋਵੋ ਤੇ ਸਾਰੇ ਘਰ ਦਾ ਮਾਹੌਲ ਵੀ ਬਦਲ ਜਾਂਦਾ ਹੈ। ਤੇ ਮੈਨੂੰ ਇੱਕ ਗੱਲ ਯਾਦ ਆ ਗਈ ਕਿ ਜਦੋਂ ਸਾਡੇ ਬਾਪੂ ਜੀ ਖੇਤੋਂ ਆਉਂਦੇ ਹੁੰਦੇ ਨਾ, ਤੇ ਅਸੀਂ ਭੱਜ ਕੇ ਜਾਂ ਉਹਨਾਂ ਦੇ ਮੋਢਿਆਂ ਤੇ ਚੜ੍ਹ ਜਾਂਦੇ ਜਾਂ ਉਹਨਾਂ ਦੀਆਂ ਲੱਤਾਂ ਨੂੰ ਚੰਬੜ ਜਾਂਦੇ। ਤੁਹਾਨੂੰ ਵੀ ਆਪਣਾ ਬਚਪਨ ਇਸ ਤਰ੍ਹਾਂ ਯਾਦ ਆਉਂਦਾ ਹੋਵੇਗਾ। ਤੇ ਉਹਨਾਂ ਨੇ ਥੱਕੇ ਹੋਇਆਂ ਨੇ ਕਹੀ ਮੋਢੇ ਤੋਂ ਉਤਾਰ ਕੇ ਸਾਨੂੰ ਗੋਦੀ ਚੱਕ ਕੇ ਜੱਫੀ ਪਾ ਲੈਣੀ ਤੇ ਬਾਅਦ ਦੇ ਵਿੱਚ ਕਹਿੰਦੇ, ਚੰਨੇ ਥਕੇਵਾਂ ਲੈ ਗਿਆ ਓਏ। ਹੁਣ ਤੁਸੀਂ ਸੋਚ ਕੇ ਦੇਖੋ ਕਿ ਥੱਕਿਆ ਹੋਇਆ ਪਿਓ ਜਾਂ ਦਾਦਾ ਜਦੋਂ ਘਰ ਆਵੇਗਾ ਤੇ ਹੋਰ ਕੰਮ ਕਰਨ ਨਾਲ, ਹੋਰ ਭਾਰ ਚੱਕਣ ਨਾਲ ਤਾਂ ਜ਼ਿਆਦਾ ਹੀ ਥੱਕਦਾ ਹੋਏਗਾ ਨਾ। ਪਰ ਕਿਹੜੀ ਚੀਜ਼ ਹੈ? ਇਹ ਮਨੁੱਖ ਦੀ ਲਗਾਤਾਰਤਾ ਹੈ, ਇਹ ਮਨੁੱਖ ਦੀ ਆਪਣੇ ਆਪ 'ਚੋਂ ਕ੍ਰੀਏਟ ਕੀਤਾ ਹੋਇਆ ਇੱਕ ਨਵਾਂ ਜੀਵ ਹੈ, ਜਿਹੜਾ ਉਸ ਨੂੰ ਇਸ ਗੱਲ ਦਾ ਠਰਮਾ ਦਿੰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੇਰੀ ਲਗਾਤਾਰਤਾ, ਇਹ ਮੇਰੀ ਕੰਟੀਨਿਊਟੀ ਹੈ, ਇਹ ਇੱਕ ਕੁਦਰਤੀ ਵਰਤਾਰਾ ਹੈ, ਜਿਹਨੂੰ ਕਹਿੰਦੇ ਨੇ ਕਿ ਮੂਲ ਨਾਲੋਂ ਵਿਆਜ ਪਿਆਰਾ। ਸੋ ਮਨੁੱਖ ਨੂੰ ਆਪਣੀ ਥਕਾਵਟ ਯਾਦ ਨਹੀਂ ਰਹਿੰਦੀ, ਉਹਨਾਂ ਦੁੱਖਾਂ ਨੂੰ ਝਾਗ ਕੇ ਜਿਹੜਾ ਨਵਾਂ ਜੀ ਹੈ ਉਹਦਾ ਜਿਹੜਾ ਭਾਰ ਚੱਕਣਾ ਉਸ ਨੂੰ ਬਹੁਤ ਚੰਗਾ ਲੱਗਦਾ ਹੈ। ਸੋ ਇਹ ਕਵਿਤਾ ਵੀ ਪੜ੍ਹਦਿਆਂ ਪੜ੍ਹਦਿਆਂ ਮੈਨੂੰ ਇਉਂ ਲੱਗਿਆ ਕਿ ਪਾਠਕ ਦਾ ਇੱਕ ਥਕੇਵਾਂ ਲਾ ਦਿੰਦੀ ਹੈ। ਹੁਣ ਮੈਂ ਇੱਕ ਕਵਿਤਾ ਇਸ ਦੀ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹਾਂ। ਨੰਨੇ ਬੱਚੇ ਦਾ ਆਉਣਾ, ਘਰ 'ਚ ਰੱਬ ਦਾ ਵਾਸ, ਹਰ ਜੀ ਉਸ ਦੀ ਤਾਬਿਆ 'ਚ ਹਾਜ਼ਰ, ਮੁਸਕਰਾਹਟ ਉਸ ਦੀ ਮਨਾਂ 'ਚੋਂ ਧੋ ਦਿੰਦੀ ਮਲੀਨਤਾ, ਪਹਿਲਾਂ ਪਾਉਂਦੀ ਚਹਿਕਣ ਲਾ ਦਿੰਦੀ ਬੇਜਾਨ ਵਸਤੂਆਂ ਨੂੰ, ਹਲਕਾ ਰੋਣਾ ਵੀ ਇੱਕ ਦੂਜੇ ਤੋਂ ਕਾਲੇ ਕਰ ਦਿੰਦਾ, ਵਰਾਉਣ ਲਈ ਹੱਥਾਂ ਨੂੰ ਭੱਜੇ ਜਾਂਦੇ ਹਾਂ ਆਪਾਂ। ਇੱਕ ਮਿੰਟ ਸਾਨੂੰ ਬੱਚੇ ਦੀ ਆਵਾਜ਼ ਸੁਣੇ ਸਹੀ, ਗੂੰਗੀਆਂ ਜੀਭਾਂ 'ਤੇ ਲੋਰੀਆਂ ਨਚਾ ਦਿੰਦਾ, ਉਸ ਦਾ ਹੱਥਾਂ ਪੈਰਾਂ ਨੂੰ ਤਾਲੀ ਵੱਧ ਹਿਲਾਉਣਾ ਸਭ ਨੂੰ ਝੂਮਣ ਲਾ ਦਿੰਦਾ, ਸੂਫੀਆਂ ਦੀ ਲੋਰ ਚੜ੍ਹਾ ਦਿੰਦਾ, ਫਿਲਮਾਂ ਸੀਰੀਅਲਾਂ 'ਤੇ ਮੈਚ ਭੁਲਾ ਦਿੰਦਾ। ਨੰਨਾ ਬੱਚਾ ਨਹੀਂ, ਘਰ 'ਚ ਕਿਊਟ ਹੁਕਮਰਾਨ ਆਉਂਦਾ ਹੈ ਜੋ ਸਭ ਨੂੰ ਆਪਣੀਆਂ ਮਾਸੂਮ ਅਦਾਵਾਂ 'ਤੇ ਨਚਾਉਂਦਾ ਹੈ। ਮੈਨੂੰ ਇਸ ਪੁਸਤਕ ਦੀ ਇਹ ਬਹੁਤ ਹੀ ਖੂਬਸੂਰਤ ਕਵਿਤਾ ਲੱਗੀ। ਸੋ ਜਦੋਂ ਤੁਸੀਂ ਇਸ ਪੁਸਤਕ ਨੂੰ ਆਪਣੇ ਢੰਗ ਨਾਲ ਪੜ੍ਹੋਗੇ, ਤੁਸੀਂ ਕਿਵੇਂ ਮਹਿਸੂਸ ਕਰੋਗੇ? ਮੈਂ ਇਸ ਕਵਿਤਾ ਨੂੰ ਪੜ੍ਹਦਿਆਂ ਮੈਨੂੰ ਲੱਗਿਆ ਮੈਂ ਪ੍ਰਕਿਰਤੀ ਦੇ ਬਹੁਤ ਹੀ ਨੇੜਿਓਂ ਵਿਚਰ ਰਹੀ ਹਾਂ। ਬੜਾ ਮਹਿਸੂਸਿਆ ਇਸ ਕਵਿਤਾ ਨੂੰ ਪੜ੍ਹਨ ਨਾਲੋਂ ਵੀ ਕਿਤੇ ਜ਼ਿਆਦਾ। ਹੁਣ ਸਾਡੇ ਸਾਰੇ ਘਰਾਂ ਦੇ ਵਿੱਚ ਇਹ ਗੱਲ ਵਾਪਰਦੀ ਹੈ ਕਿ ਮਾਂ ਅਤੇ ਬੇਟੀ ਇੱਕ ਕਮਰੇ 'ਚ ਪਈਆਂ ਹੋਈਆਂ ਨੇ। ਜਦੋਂ ਸਾਨੂੰ ਬੱਚੇ ਦੀ ਆਵਾਜ਼ ਆਉਂਦੀ ਹੈ ਤਾਂ ਸਾਰਾ ਟੱਬਰ ਕੰਨ ਚੁੱਕ ਕੇ ਰੌਲਾ ਪਾ ਲੈਂਦਾ ਵੀ ਕੀ ਹੋਇਆ ਕੀ ਹੋਇਆ। ਇਸ ਦੀ ਜਿਹੜੀ ਇਹ ਕਵਿਤਾ ਹੈ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਦੀ ਹਾਂ ਕਿ ਮਾਂ ਧੀ ਪਈਆਂ, ਅਚਾਨਕ ਧੀ ਰੋਈ, ਇੱਕਦਮ ਉੱਠ ਕੇ ਦੂਜੇ ਬੈਡਰੂਮ 'ਚੋਂ ਨੌਕ ਕਰਦਾ, ਕਿਉਂਕਿ ਕੀ ਹੋਇਆ? ਮਾਂ ਬੋਲੀ, ਅਸੀਂ ਜੋ ਕਰੀਏ ਪਾਪਾ, ਤੁਸੀਂ ਬਸ ਐਵੇਂ ਹੀ। ਸੱਚਮੁੱਚ ਹੀ ਉਹ ਜਿਹੜੀ ਬਜ਼ੁਰਗ ਪੀੜ੍ਹੀ ਹੈ, ਉਹ ਜਿਹੜੀ ਵੱਡੀ ਪੀੜ੍ਹੀ ਹੈ, ਉਹਨਾਂ ਨੂੰ ਆਪਣੇ ਬੱਚੇ ਦੇ ਭਾਵੇਂ ਕਦੇ ਦੋ ਧਰੀਆਂ ਹੀ ਹੋਣ, ਉਹ ਕਦੇ ਯਾਦ ਹੀ ਨਹੀਂ ਰਹਿੰਦਾ। ਪਰ ਜਿਹੜੇ ਉਹਨਾਂ ਦੀ ਨੈਕਸਟ ਜਨਰੇਸ਼ਨ ਹੁੰਦੀ ਹੈ, ਉਹੀ ਜਿਹੜਾ ਉਹਨਾਂ ਦਾ ਮੂਲ ਹੁੰਦਾ ਹੈ, ਉਹ ਵਿਆਜ ਨਾਲੋਂ ਇੰਨਾ
ਮੂਲ ਨਾਲੋਂ ਜਿਹੜਾ ਵਿਆਜ ਆ ਉਹ ਇੰਨਾ ਜ਼ਿਆਦਾ ਪਿਆਰਾ ਹੁੰਦਾ ਗਾ ਕਿ ਉਹਨਾਂ ਦੀ ਇੱਕ ਆਵਾਜ਼ ਭਾਵੇਂ ਉਹ ਹੱਸਦੇ ਝੂਠੀ ਮੁੱਠੀ ਦਾ ਰੋਣਾ ਹੋਵੇ ਉਹ ਵੀ ਅੰਦਰੋਂ ਹਿਲਾ ਦਿੰਦੀ ਹੈ ਕਿ ਕਿਊਟੀ ਕੀ ਹੋਇਆ। ਅਸਲ ਦੇ ਵਿੱਚ ਇਹ ਉਹੀ ਕਵਿਤਾ ਹੈ ਜਿਹੜੀ ਸਾਡੇ ਅੰਗ ਸੰਗ ਵਿਚਰਦੀ ਹੈ। ਅਸੀਂ ਸਾਰੇ ਮੰਨਦੇ ਹਾਂ, ਬਸ ਕਵੀ ਕਵਿਤਾ ਲਿਖ ਦਿੰਦਾ ਤੇ ਆਪਣੇ ਵਰਗੇ ਮੰਨ ਲੈਂਦੇ ਨੇ। ਸੋ ਬਹੁਤ ਬਹੁਤ ਸ਼ੁਕਰੀਆ। ਇਹ ਮੇਰੀ ਮਨਪਸੰਦ ਪੁਸਤਕ ਦੀ ਲੜੀ ਦੀ ਇੱਕ ਪੁਸਤਕ ਸੀ ਤੇ ਅਗਲੀ ਪੁਸਤਕ ਲੜੀ ਤੋਂ ਪਹਿਲਾਂ ਮੇਰੀ ਇੱਛਾ ਹੈ ਕਿ ਤੁਸੀਂ ਸਾਡੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਲਾਈਕ ਕਰੋ। ਜੇ ਨਹੀਂ ਵੀ ਲਾਈਕ ਕਰਨਾ ਤਾਂ ਆਪਣੀ ਰਾਏ ਜ਼ਰੂਰ ਦਿਓ, ਤੁਹਾਨੂੰ ਇਹ ਕਿਸ ਤਰ੍ਹਾਂ ਲੱਗਿਆ। ਪਰ ਅਸੀਂ ਚਾਹੁੰਦੇ ਹਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਬਹੁਤ ਬਹੁਤ ਸ਼ੁਕਰੀਆ।